Hello student, I am Sandeep Singh, lecturer electrical engineering, teaching subject non-conventional energy sources for 6th semester diploma student. Today our topic on wind energy, how wind energy helps to generate electricity and how wind energy flow which helps to generate electricity, which turbine or types of turbine used in wind energy to generate electricity. We discuss today about that. Now we start with the introduction. Wind energy is a form of solar energy. Wind energy ਜਿਹੜੀ ਹੈ solar energy ਦੀ form ਆ, ਕਿਉਂਕਿ ਇਹ ਸਨਰਾਈਜ਼ ਜਾਂ ਸਨਸੈੱਟ ਦੇ ਹਿਸਾਬ ਦੇ ਨਾਲ ਹੀ ਜਿਹੜੀ ਵਿੰਡ ਫਲੋ ਕਰਦੀ ਆ। ਉਸ ਹਿਸਾਬ ਦੇ ਨਾਲ ਇਹਦੇ ਨਾਲ ਜਦੋਂ ਸਨਰਾਈਜ਼ ਹੁੰਦਾ ਉਹਦੇ ਨਾਲ ਏਅਰ ਪ੍ਰੈਸ਼ਰ ਦੇ ਨਾਲ ਵਿੰਡ ਐਨਰਜੀ ਜਿਹੜਾ ਫਲੋ ਕਰਦੀ ਆ। ਵਿੰਡ ਐਨਰਜੀ ਇਜ਼ ਮੂਵਿੰਗ ਏਅਰ ਐਂਡ ਇਜ਼ ਕਾਜ਼ਡ ਬਾਈ ਡਿਫਰੈਂਸ ਇਨ ਏਅਰ ਪ੍ਰੈਸ਼ਰ। ਵਿੰਡ ਐਨਰਜੀ ਜਿਹੜੀ ਉਹ ਕਿਵੇਂ ਮੂਵ ਕਰਦੀ ਹੈ ਜਦੋਂ ਕਿ ਪ੍ਰੈਸ਼ਰ ਡਿਫਰੈਂਸ ਹੁੰਦਾ ਵਾ ਵਿਦਨ ਆਵਰ ਐਟਮੋਸਫੀਅਰ। ਜਦੋਂ ਐਟਮੋਸਫੀਅਰ ਦੇ ਵਿੱਚ ਪ੍ਰੈਸ਼ਰ ਡਿਫਰੈਂਸ ਹੁੰਦਾ ਉਹਦੇ ਨਾਲ ਜਿਹੜੀ ਵਿੰਡ ਐਨਰਜੀ ਫਲੋ ਕਰਦੀ ਆ। ਏਅਰ ਅੰਡਰ ਹਾਈ ਪ੍ਰੈਸ਼ਰ ਮੂਵ ਟੂਵਰਡਸ ਏਅਰ ਆਫ ਲੋ ਪ੍ਰੈਸ਼ਰ। ਜਿਹੜੀ ਏਅਰ ਆ ਹਾਈ ਪ੍ਰੈਸ਼ਰ ਤੋਂ ਮੂਵ ਕਰਦੀ ਆ ਲੋ ਪ੍ਰੈਸ਼ਰ ਵੱਲ। ਦ ਗ੍ਰੇਟਰ ਡਿਫਰੈਂਸ ਇਜ਼ ਪ੍ਰੈਸ਼ਰ ਦ ਫਾਸਟਰ ਦ ਏਅਰ ਫਲੋ। ਜਿੰਨਾ ਡਿਫਰੈਂਸ ਹੋਊਗਾ ਉਨੀ ਜ਼ਿਆਦਾ ਜਿਹੜੀ ਆਪਣਾ ਏਅਰ ਫਲੋ ਕਰੂਗੀ। ਜਿਹੜਾ ਜਿੰਨਾ ਪ੍ਰੈਸ਼ਰ ਦਾ ਡਿਫਰੈਂਸ ਹੋਊਗਾ ਉਨੀ ਜ਼ਿਆਦਾ ਆਪਣੀ ਏਅਰ ਦਾ ਫਲੋ ਹੋਊਗਾ ਜ਼ਿਆਦਾ, ਮਤਲਬ ਜਿਹੜੀ ਉਹਦੀ ਸਪੀਡ ਹੋਊਗੀ। ਵਿੰਡ ਐਨਰਜੀ ਡਿਸਕਰਾਈਬ ਦ ਪ੍ਰੋਸੈਸ ਬਾਈ ਵਿਚ ਵਿੰਡ ਇਜ਼ ਯੂਜ਼ ਟੂ ਜਨਰੇਟ ਇਲੈਕਟ੍ਰੀਸਿਟੀ। Wind turbine convert the kinetic energy in the wind into a mechanical power. A generator can convert mechanical power into electricity. ਜਿਹੜੀ ਵਿੰਡ ਐਨਰਜੀ ਆ ਉਹ ਟਰਬਾਈਨ ਦੇ ਉੱਤੇ ਪੈਂਦੀ ਹੈ। ਟਰਬਾਈਨ ਜਦੋਂ ਘੁੰਮਦੀ ਆ ਤਾਂ ਉਹ ਕਿਨੈਟਿਕ ਐਨਰਜੀ ਕਨਵਰਟ ਹੋ ਜਾਂਦੀ ਆ। ਮਤਲਬ ਕਿ ਪਹਿਲਾਂ ਵਿੰਡ ਐਨਰਜੀ ਹੁੰਦੀ ਆ, ਉਹ ਵਿੰਡ ਐਨਰਜੀ ਜਦੋਂ ਟਰਬਾਈਨ ਬਲੇਡਸ 'ਤੇ ਪੈਂਦੀ ਆ, ਟਰਬਾਈਨ ਬਲੇਡ ਜਦੋਂ ਘੁੰਮਦੇ ਆ ਉਹ ਕਿਨੈਟਿਕ ਐਨਰਜੀ ਅਟੇਨ ਕਰ ਲੈਂਦੇ ਆ। ਉਹ ਜਿਹੜੀ ਕਿਨੈਟਿਕ ਐਨਰਜੀ ਆ ਉਹ ਆਪਾਂ ਜਿਹੜੀ ਕਨਵਰਟ ਕਰ ਦਿੰਦੇ ਹਾਂ ਵਿਦ ਦਾ ਹੈਲਪ ਆਫ ਪ੍ਰਾਈਮ ਮੂਵਰ। ਉਹ ਸ਼ਾਫਟ ਦੇ ਥਰੂ ਜਿਹੜੀ ਉਹ 'ਚ ਆ ਜਾਂਦੀ ਆ, ਗੇਅਰ ਸਿਸਟਮ ਲਾ ਕੇ ਜਿਹੜੇ ਆਪਾਂ ਉਹਨੂੰ ਮਕੈਨੀਕਲ ਪਾਵਰ ਦੇ ਕੇ ਅਤੇ ਉਹਦੇ ਨਾਲ ਅੱਗੇ ਆਪਾਂ ਜਨਰੇਟਰ ਲਾ ਦਿੰਦੇ ਹਾਂ। ਜਨਰੇਟਰ ਦਾ ਜਦੋਂ ਪ੍ਰਾਈਮ ਮੂਵਰ ਘੁੰਮਦਾ ਵਾ ਉਹਦੇ ਨਾਲ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਜਿਹੜੀ ਆਪਾਂ ਯੂਜ਼ ਕਰ ਸਕਦੇ ਹਾਂ। ਉਸ ਤੋਂ ਅਗਲਾ ਪੁਆਇੰਟ ਕੀ ਹੈ, ਐਟਲੀਸਟ 16 ਕਿਲੋਮੀਟਰ ਪਰ ਆਰ ਜਿਹੜੀ ਵਿੰਡ ਹੋਣੀ ਚਾਹੀਦੀ ਆ। ਘੱਟੋ ਘੱਟ ਜਿਹੜੀ 16 ਕਿਲੋਮੀਟਰ ਵਿੰਡ ਹੋਣੀ ਚਾਹੀਦੀ ਆ ਤਾਂ ਆਪਣੀ ਜਿਹੜੀ ਟਰਬਾਈਨ ਰੋਟੇਟ ਕਰਦੀ ਆ ਅਤੇ ਆਪਾਂ ਨੂੰ ਜਿਹੜੀ ਇਲੈਕਟ੍ਰੀਸਿਟੀ ਆਪਾਂ ਜਨਰੇਟ ਕਰ ਸਕਦੇ ਹਾਂ। ਨੈਕਸਟ ਵੀ ਕੀ ਕੰਸੈਪਟ ਆ, ਕਿਵੇਂ ਜਿਹੜੀ ਵਿੰਡ ਫਲੋ ਕਰਦੀ ਆ। ਜਨਰਲਾਈਜ਼ਡ ਔਨ ਵਿੰਡ ਪਾਵਰ ਪਲਾਂਟਸ, ਫਿਜ਼ਿਕਸ ਐਂਡ ਨੇਚਰ ਆਫ ਵਿੰਡ। ਕੀ ਨੇਚਰ ਹੁੰਦਾ ਵਾ। Thus, continuously released into atmosphere the heat receiving by sun but unevenly. ਇੱਦਾਂ ਜਿਹੜੀ ਡਾਇਗਰਾਮ 'ਚ ਦਿੱਤਾ ਹੋਇਆ ਵਾ। In the area where less heat is realized, the pressure of atmosphere gases increase, whereas where more heat is realized, air warm up and gases pressure decreases. ਜਦੋਂ ਆਪਣੇ ਜਿਹੜਾ ਪ੍ਰੈਸ਼ਰ ਵੱਧਦਾ ਵਾ, ਹੀਟ ਅਪ ਹੁੰਦਾ ਵਾ, ਤਾਂ ਜਿਹੜੀ ਏਅਰ ਆ ਉਹ ਅਪਵਰਡ ਫਲੋ ਕਰਦਾ। ਜਿਹੜਾ ਹੌਟ ਏਅਰ ਆ ਨਾ ਉਹ ਅਪਵਰਡ ਫਲੋ ਕਰਦੀ ਆ, ਜਿਹੜੀ ਕੂਲ ਏਅਰ ਆ ਉਹ ਥੱਲੇ ਰਹਿ ਜਾਂਦੀ ਆ। ਇਸ ਦੇ ਨਾਲ ਕੀ ਹੁੰਦਾ, ਉਹ ਜਿਹੜੀ ਏਅਰ ਫਲੋ ਹੋਣ ਲੱਗ ਜਾਂਦੀ ਹੈ ਜਦੋਂ ਸਨਰਾਈਜ਼ ਹੁੰਦਾ। ਉਹਦੀ ਹੀਟ ਦੇ ਨਾਲ ਜਿਹੜੇ ਸਰਫੇਸ ਦੇ ਉੱਤੇ ਪੈਂਦੀ ਹੈ ਜਿੰਨੀਆਂ ਗੈਸਿਸ ਹੁੰਦੀਆਂ ਉਹ ਅਪਵਰਡ ਫਲੋ ਕਰਨ ਲੱਗ ਜਾਂਦੀਆਂ। ਉਹਦੇ ਨਾਲ ਵਿੰਡ ਜਿਹੜੀ ਉਹ ਫਲੋ ਕਰਨ ਲੱਗ ਜਾਂਦੀ ਆ। ਇਹਨਾਂ ਡਾਇਗਰਾਮਾਂ ਦੇ ਦਿੱਤਾ ਹੋਇਆ ਵਾ। ਇਹਦੇ ਨਾਲ ਜਿਹੜੀ ਉਹ ਵਿੰਡ ਐਨਰਜੀ ਫਲੋ ਕਰਦੀ ਰਹਿੰਦੀ ਹੈ। ਨੈਕਸਟ ਆਪਾਂ ਬੇਸਿਕ ਕੰਪੋਨੈਂਟਸ ਆਫ WECS ਬਾਰੇ ਪੜ੍ਹਾਂਗੇ। ਵਿੰਡ ਐਨਰਜੀ ਕਨਵਰਸੇਸ਼ਨ ਸਿਸਟਮ। ਇਹਦੇ 'ਚ ਆਪਣੇ ਜਿਹੜੇ
ਇੱਥੋਂ ਸਟਾਰਟ ਕਰਨਾ ਵਾ। ਪਹਿਲੋਂ ਆਪਣੀ ਵਿੰਡ ਐਨਰਜੀ ਆ ਐਰੋ ਟਰਬਾਈਨ ਜਿਹੜੀ ਮੇਨ ਟਰਬਾਈਨ ਹੁੰਦੀ ਆ ਆਪਣੀ। ਇਸ ਤੋਂ ਬਾਅਦ ਗੇਅਰ ਸਿਸਟਮ ਆ ਗਿਆ। ਜਦੋਂ ਆਪਾਂ ਟਰਬਾਈਨ ਮੂਵ ਕਰ ਗਈ, ਉਹ ਜਿਹੜੀ ਆ ਟਰਬਾਈਨ ਆ ਹੌਲੀ ਹੌਲੀ ਮੂਵ ਕਰਦੀ ਆ, ਉਹਨੂੰ ਆਪਾਂ RPM ਵਧਾਉਣ ਵਾਸਤੇ ਗੇਅਰ ਸਿਸਟਮ ਲਾਉਂਦੇ ਹਾਂ। ਅਤੇ ਜਿਹੜਾ ਅੱਗੇ ਆਪਾਂ ਕਪਲਿੰਗ ਨਾਲ ਕਨੈਕਟ ਆ, ਅੱਗੇ ਜਿਹੜਾ ਆਪਣੇ ਜਨਰੇਟਰ ਨਾਲ ਕਨੈਕਟ ਆ। ਠੀਕ ਆ, ਸਮਝ ਆ ਗਿਆ ਇਹ ਸਾਰਾ। ਪਹਿਲੋਂ ਟਰਬਾਈਨ ਤੋਂ ਬਾਅਦ ਗੇਅਰ ਸਿਸਟਮ ਆਉਂਦਾ, ਗੇਅਰ ਸਿਸਟਮ ਤੋਂ ਬਾਅਦ ਕਪਲਿੰਗ ਆਉਂਦੀ ਹੈ, ਕਪਲਿੰਗ ਤੋਂ ਬਾਅਦ ਜਿਹੜੀ ਆਪਣੀ ਇਲੈਕਟ੍ਰੀਕਲ ਜਨਰੇਟਰ ਆ ਗਿਆ। ਉਸ ਤੋਂ ਬਾਅਦ ਜਿਹੜਾ ਇਲੈਕਟ੍ਰੀਸਿਟੀ ਜਨਰੇਟ ਹੋ ਕੇ ਲੋਡ ਨੂੰ ਚਲੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕੀ ਚੀਜ਼ ਆ, ਜਿਹੜਾ ਇਹ ਕੰਟਰੋਲਰ ਲੱਗਿਆ ਹੁੰਦਾ ਵਾ, ਇਹ ਜਿਹੜਾ ਸਾਰੇ ਨਾਲ ਅਟੈਚ ਹੁੰਦਾ। ਜਿਹੜੀ ਵਿੰਡ ਆ ਰਹੀ ਆ ਉਹਦੇ ਨਾਲ ਵੀ ਕੰਟਰੋਲਰ, ਪਿਚ ਕੰਟਰੋਲ ਨਾਲ ਵੀ, ਅਤੇ ਆਪਣੇ ਜਿਹੜੀ ਆਊਟਪੁੱਟ ਆ ਰਹੀ ਆ ਉਹਦੇ ਨਾਲ ਵੀ। ਜਿੰਨਾ ਆਪਾਂ ਨੂੰ ਲੋਡ ਚਾਹੀਦਾ ਉਹਦੇ ਅਕੋਰਡਿੰਗਲੀ ਜਿਹੜਾ ਗੇਅਰ ਸਿਸਟਮ ਨੂੰ ਕੰਟਰੋਲ ਕਰਦਾ, ਜਾਂ ਕਪਲਿੰਗ ਨੂੰ ਜਿਹੜਾ ਇਹਨੂੰ ਜਿਹੜੀ ਫੀਡਬੈਕ ਦਿੰਦਾ ਵਾ ਗੇਅਰ ਸਿਸਟਮ ਨੂੰ, ਉਹਦੇ ਹਿਸਾਬ ਦੇ ਨਾਲ ਜਿਹੜੀ ਆਪਾਂ ਇਨਪੁੱਟ ਦਿੰਦੇ ਹਾਂ ਆਪਣੇ ਜਨਰੇਟਰ ਨੂੰ, ਤਾਂ ਕਿ ਜਿਹੜੇ ਆਪਣੇ ਜਨਰੇਟਰ ਦੇ ਉੱਤੇ ਕੋਈ ਜ਼ਿਆਦਾ ਲੋਡ ਨਾ ਪਵੇ। ਇਸ ਕਰਕੇ ਜਿਹੜਾ ਇਹ ਸਾਰਾ ਕੰਟਰੋਲਿੰਗ ਸਿਸਟਮ ਲਾਇਆ ਹੁੰਦਾ ਵਾ, ਤਾਂ ਕਿ ਜਿਹੜਾ ਆਪਣੇ ਜ਼ਿਆਦਾ ਲੋਡ ਨਾ ਪਵੇ। ਇਹਦੇ 'ਚ ਆਪਣਾ ਜਨਰੇਟਰ ਟੈਂਪਰੇਚਰ ਵੀ ਆਉਂਦਾ, ਜ਼ਿਆਦਾ ਲੋਡ ਪੈਂਦਾ ਜਨਰੇਟਰ 'ਤੇ, ਉਹ ਵੀ ਇਹਨੇ ਕੰਟਰੋਲਰ ਨੇ ਕੰਟਰੋਲ ਕਰਨਾ ਵਾ। ਜਾਂ ਸਪੀਡ ਨੂੰ ਕੰਟਰੋਲ ਕਰਨਾ, ਕੰਟਰੋਲਰ ਸਿਗਨਲ ਨੂੰ ਕਰਨਾ, ਸਪੀਡ ਐਂਡ ਟਾਰਕ ਨੂੰ ਕੰਟਰੋਲ ਕਰਨਾ। ਜਿੰਨਾ ਸਾਰਾ ਇਹ ਕੰਟਰੋਲਰ ਦਾ ਕੰਮ ਆ, ਜਿਹੜਾ ਕੰਮ ਇਹਦੇ 'ਚ। ਉਸ ਤੋਂ ਇਲਾਵਾ ਵਿੰਡ ਡਾਇਰੈਕਸ਼ਨ, ਯਾਰਡ ਕੰਟਰੋਲ, ਆ ਜਿਹੜਾ ਆਪਣਾ ਮਕੈਨੀਕਲ ਇੰਟਰਫੇਸ ਆ, ਇਹ ਸਾਰਾ ਇਹ ਆਪਣੇ ਬੇਸਿਕ ਕੰਪੋਨੈਂਟਸ ਆ। ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਡਿਸਕਸ ਕਰ ਲੈਂਦੇ ਹਾਂ ਕੀ ਹੁੰਦਾ ਵਾ। ਐਰੋ ਟਰਬਾਈਨ, ਗੇਅਰਿੰਗ, ਕਪਲਿੰਗ ਅਤੇ ਇਲੈਕਟ੍ਰੀਕਲ ਜਨਰੇਟਰ ਜਿਹੜਾ ਇਹ ਜਾਂ ਕੰਟਰੋਲਰ ਆ, ਇਹਦੇ ਬਾਰੇ ਆਪਾਂ ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹਾਂ। ਐਰੋ ਟਰਬਾਈਨ ਕੀ ਹੁੰਦੇ ਆ? ਟੂ ਕਨਵਰਟ ਵਿੰਡ ਐਨਰਜੀ ਇਨਟੂ ਰੋਟੇਟਿੰਗ ਮੋਸ਼ਨ। ਜਿਹੜੀ ਟਰਬਾਈਨ ਹੁੰਦੀ ਆ, ਐਰੋ ਟਰਬਾਈਨ ਕਾਹਤੋਂ ਕਹਿੰਦੇ ਆਪਾਂ? ਕਿਉਂਕਿ ਇਹ ਐਰੋਪਲੇਨ ਦੇ ਵਾਂਗੂ ਅੱਗੇ ਬਣੀ ਹੁੰਦੀ ਆ, ਤਾਂ ਕਿ ਜਿਹੜੀ ਏਅਰ ਫਲੋ ਆ ਜਦੋਂ ਉੱਤੇ ਆ ਕੇ ਪੈਂਦੀ ਆ, ਤਾਂ ਉਹਦੇ ਬਲੇਡਸ ਦੇ ਉੱਤੇ ਵੱਜੇ ਅਤੇ ਬਲੇਡਸ ਜਿਹੜੇ ਟਰਬਾਈਨ ਦੇ ਰੋਟੇਟ ਕਰਨ। ਮੇਨ ਕੰਮ ਟਰਬਾਈਨ ਦਾ ਇਹੀ ਆ ਵੀ ਉਹ ਜਦੋਂ ਏਅਰ ਫਲੋ ਆਉਂਦੀ ਆ ਤਾਂ ਉਦੋਂ ਇਹਨੇ ਰੋਟੇਟ ਕਰਨਾ ਅਤੇ ਇਹਨੂੰ ਕਨਵਰਟ ਕਰਕੇ ਦੇਣਾ ਰੋਟਰੀ ਮੋਸ਼ਨ ਦੇ ਵਿੱਚ। ਅਤੇ ਉਸ ਤੋਂ ਬਾਅਦ ਆ ਜਾਂਦਾ ਗੇਅਰਿੰਗ, ਟੂ ਇਨਕਰੀਜ਼ ਦਾ ਸਪੀਡ ਆਫ ਟਰਬਾਈਨ ਸ਼ਾਫਟ। ਜਿਹੜਾ ਗੇਅਰ ਦਾ ਕੀ ਕੰਮ ਹੁੰਦਾ ਵਾ, ਇਹਨੇ ਸਪੀਡ ਇਨਕਰੀਜ਼ ਕਰਕੇ ਦੇਣੀ ਹੈ। ਜਿਹੜੀ ਆਪਣੀ ਟਰਬਾਈਨ ਘੁੰਮਦੀ ਪਈ ਆ, ਉਹਦੇ RPM ਵਧਾ ਕੇ ਅਤੇ ਗੇਅਰ ਦੇ ਹਿਸਾਬ ਦੇ ਨਾਲ ਗੇਅਰ ਚੇਂਜ ਕਰਕੇ ਜਿਹੜਾ ਉਹ ਕੰਟਰੋਲਰ ਜਿਹੜਾ ਉਹ ਗੇਅਰ ਚੇਂਜ ਕਰਦਾ ਵਾ, ਅਤੇ ਉਸ ਹਿਸਾਬ ਦੇ ਨਾਲ ਇਹਦੀ ਸਪੀਡ ਵਧਾ ਕੇ ਦਿੰਦੇ ਹੈਗੇ ਆਪਾਂ ਜਨਰੇਟਰ ਨੂੰ, ਜਿੰਨੀ ਆਪਾਂ ਨੀਡਡ ਹੁੰਦੀ ਹੈ। ਕਪਲਿੰਗ ਕੀ ਹੈ? ਟੂ ਕਨੈਕਟ ਗੇਅਰ ਸ਼ਾਫਟ ਟੂ ਜਨਰੇਟਰ ਸ਼ਾਫਟ। ਕਪਲਿੰਗ ਆਪਾਂ ਨੂੰ ਪਤਾ ਹੀ ਹੈ, ਕਪਲਿੰਗ ਦਾ ਕੀ ਕੰਮ ਹੁੰਦਾ ਵਾ? ਦੋ ਸ਼ਾਫਟਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਦੀ ਹੈ, ਚਾਹੇ ਗੇਅਰ ਸ਼ਾਫਟ ਦੇ ਨਾਲ ਜਨਰੇਟਰ ਸ਼ਾਫਟ ਨੂੰ ਕਨਵਰਟ ਕਰਦੀ, ਕਪਲ ਕਰਦੀ। ਅੱਗੇ ਜਨਰੇਟਰ ਟੂ ਕਨਵਰਟ ਮਕੈਨੀਕਲ ਐਨਰਜੀ ਇਨਟੂ ਇਲੈਕਟ੍ਰੀਕਲ ਐਨਰਜੀ, ਇਹ ਆਪਾਂ ਨੂੰ ਪਤਾ ਹੀ ਹੈ। ਫਿਰ ਉਸ ਤੋਂ ਬਾਅਦ ਕੰਟਰੋਲਰ ਦਾ ਕੀ ਕੰਮ ਹੁੰਦਾ? ਟੂ ਪਰਫੋਰਮ ਅ ਫੋਲੋਇੰਗ ਫੰਕਸ਼ਨ, ਓਰੀਐਂਟੇਸ਼ਨ ਆਫ ਰੋਟਰ ਇਨਟੂ ਅ ਵਿੰਡ। ਜਿਹੜੀ ਓਰੀਐਂਟੇਸ਼ਨ ਕਰਦੀ ਆ ਯਾਰਡ ਕੰਟਰੋਲ ਦੇ ਨਾਲ। ਸਟਾਰਟਅਪ ਐਂਡ ਕੱਟ ਇਨ ਆਫ ਇਕੁਇਪਮੈਂਟ। ਸਟਾਰਟਅਪ ਕਰਦੀ ਹੈ ਅਤੇ ਕੱਟ ਇਨ ਕਰਦੀ ਆ ਇਕੁਇਪਮੈਂਟਸ ਨੂੰ, ਜਿਹੜੇ ਹਿਸਾਬ ਦੇ ਨਾਲ ਆਪਾਂ ਨੂੰ ਨੀਡ ਹੁੰਦੀ ਆ। ਪਾਵਰ ਕੰਟਰੋਲ ਆਫ ਰੋਟੇਸ਼ਨ ਬਾਈ ਵੇਅਰਿੰਗ ਪਿਚ ਆਫ ਬਲੇਡ। ਪਾਵਰ ਨੂੰ ਕੰਟਰੋਲ ਕਰਦੀ ਆ ਜਿਹੜੀ ਵੇਰੀਏਸ਼ਨ ਕਰਕੇ ਪਿੱਚ ਦੀ ਅਤੇ ਬਲੇਡਸ ਦੀ। ਜਨਰੇਟਰ ਆਊਟਪੁੱਟ ਡਾਟਾ ਕੰਪਿਊਟਿੰਗ ਐਂਡ ਡਾਟਾ ਸਟੋਰੇਜ। ਜਨਰੇਟਰ ਦੀ ਆਊਟਪੁੱਟ ਤੋਂ ਜਿਹੜਾ ਇਹ ਡਾਟਾ ਕੰਪਿਊਟੇਸ਼ਨ ਕਰਦੀ ਹੈ ਅਤੇ ਡਾਟਾ ਸਟੋਰੇਜ ਕਰਦੀ ਹੈ। ਇਹ ਮੇਨ ਕੰਮ ਇਹਦਾ ਇਹ ਹੁੰਦਾ ਵਾ ਕੰਟਰੋਲਰ ਦਾ। ਅਤੇ ਸ਼ਟ ਡਾਊਨ ਐਟ ਹਾਈ ਸਪੀਡ। ਜਦੋਂ ਜ਼ਿਆਦਾ ਹਨੇਰੀ ਵਗੈਰਾ ਚੱਲਦੀ ਆ, ਉਦੋਂ ਇਹਨੂੰ ਸ਼ਟ ਡਾਊਨ ਕਰ ਦਿੰਦੀ ਆ, ਬਲੋਕ ਕਰ ਦਿੰਦੀ ਆ, ਤਾਂ ਕਿ ਜਿਹੜਾ ਕੋਈ ਸਿਸਟਮ ਦੇ ਵਿੱਚ ਆਪਣਾ ਖਰਾਬ ਨਾ ਹੋਵੇ। ਜਾਂ ਜਦੋਂ ਮੇਨਟੇਨੈਂਸ ਮੋਡ ਲਾਉਣਾ ਹੁੰਦਾ ਵਾ, ਉਦੋਂ ਇਹ ਕੰਟਰੋਲਰ ਕੰਮ ਆਉਂਦਾ ਵਾ। ਆਪਾਂ ਜਿਹੜਾ ਸਾਰਾ ਸਿਸਟਮ ਆਫ ਕਰਕੇ ਮੇਨਟੇਨੈਂਸ ਕਰ ਸਕਦੇ ਹਾਂ। ਇਹ ਸੀਗਾ WECS ਆਪਣਾ।
ਨੈਕਸਟ ਆਪਾਂ ਡਿਸਕਸ ਕਰਦੇ ਹਾਂ ਪ੍ਰਿੰਸੀਪਲ ਆਫ ਜਿਹੜਾ ਵਿੰਡ ਮਿਲ ਕੀ ਹੈ ਆਪਣਾ। Basic principle of every windmill is to convert kinetic energy of wind into a mechanical energy, which is used to rotate the turbine of electrical generator to produce electricity। ਇਹ ਜਿਹੜਾ ਆਪਾਂ ਸਾਰਾ ਡਿਸਕਸ ਕਰ ਚੁੱਕੇ ਹਾਂ ਪਹਿਲੋਂ ਵੀ। ਜਿਹੜਾ ਮੇਨ ਕੰਮ ਆ ਇਹ ਆਹ ਦੇਖੋ ਆਪਾਂ ਆਹ ਵਿੰਡ ਆ ਰਹੀ ਹੈ ਅਤੇ ਆਹ ਬਲੇਡ ਲੱਗੇ ਹੋਏ ਆ ਟਰਬਾਈਨ ਦੇ। ਆਹ ਆਪਣੇ ਕੋਲ ਗੇਅਰ ਬਾਕਸ ਲੱਗਿਆ ਨੈਕਸਟ ਹੀ, ਮਤਲਬ ਟਰਬਾਈਨ ਤੋਂ ਅੱਗੇ ਹੀ ਆਪਣਾ ਗੇਅਰ ਬਾਕਸ, ਫਿਰ ਉਸ ਤੋਂ ਬਾਅਦ ਜਨਰੇਟਰ, ਫਿਰ ਆਪਣੇ ਜਿਹੜੇ ਯਾਰਡ ਡਰਾਈਵਰ ਜਾਂ ਨਿਕਲ ਟਾਵਰ ਇਹ ਅਤੇ ਫਾਊਂਡੇਸ਼ਨ ਥੱਲੇ ਇਹ ਕੰਪੋਨੈਂਟ ਆ ਇਹਦੇ ਜਿਹੜੇ ਵਿੰਡ ਮਿਲ ਦੇ। ਨੈਕਸਟ ਪਾਰਟ ਆਫ ਵਿੰਡ ਮਿਲ। ਵਿੰਡ ਮਿਲ ਦੇ ਹੋਰ ਕਿਹੜੇ ਕਿਹੜੇ ਪਾਰਟਸ ਹੁੰਦੇ ਜਿਹੜੇ ਉਹਨਾਂ ਬਾਰੇ ਡਿਸਕਸ ਕਰਦੇ ਆਪਾਂ। ਐਨੈਮੋਮੀਟਰ ਮੈਜਰ ਦਾ ਵਿੰਡ ਸਪੀਡ। ਐਨੈਮੋਮੀਟਰ ਆਪਾਂ ਜਿਹੜਾ ਐਨੈਮੋਮੀਟਰ ਨੂੰ ਆਪਾਂ ਡਿਸਕਸ ਵੀ ਕੀਤਾ ਸੀਗਾ ਜਦੋਂ ਆਪਾਂ ਫਸਟ ਔਰ ਸੈਕਿੰਡ ਚੈਪਟਰ ਦੇ ਵਿੱਚ, ਫਸਟ ਜਾਂ ਸੈਕਿੰਡ ਚੈਪਟਰ ਦੇ ਵਿੱਚ ਆਪਾਂ ਇੰਸਟਰੂਮੈਂਟ ਬਾਰੇ ਪੜ੍ਹਿਆ ਸੀਗਾ, ਐਨਰਜੀ ਆਡਿਟ ਇੰਸਟਰੂਮੈਂਟ, ਉਹਦੇ 'ਚ ਆਪਾਂ ਡਿਸਕਸ ਕੀਤਾ ਸੀਗਾ ਐਨੈਮੋਮੀਟਰਸ। ਇਹ ਜਿਹੜਾ ਵਿੰਡ ਸਪੀਡ ਨੂੰ ਮੈਜਰ ਕਰਕੇ ਸਿਗਨਲ ਦਿੰਦੀ ਆ, ਐਨੈਮੋਮੀਟਰ ਸਿਗਨਲ ਦਿੰਦਾ ਵਾ ਕੰਟਰੋਲਰ ਨੂੰ, ਅਤੇ ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਕੰਟਰੋਲਰ ਹੈ ਜਿਹੜਾ ਉਹ ਗੇਅਰ ਸ਼ਾਫਟ ਸ਼ਿਫਟ ਕਰਦਾ ਜਾਂ ਜਿਹੜੀ ਸਪੀਡ ਘਟਾਉਣੀ ਵਧਾਉਣੀ ਆ ਉਹਨੂੰ ਕੰਟਰੋਲ ਕਰਦਾ ਵਾ। ਨੈਕਸਟ ਬਲੇਡਸ। ਮੋਸਟ ਟਰਬਾਈਨ ਹੈਵ 2 or 3 ਬਲੇਡ। ਵਿੰਡ ਬਲੋਇੰਗ ਓਵਰ ਦ ਬਲੇਡ ਕਾਜ਼ ਦ ਬਲੇਡਸ ਟੂ ਲਿਫਟ ਐਂਡ ਰੋਟੇਟ। ਜਿਹੜੇ ਵਿੰਡ ਦਾ ਬਲੇਡ ਦਾ ਕੀ ਕੰਮ ਹੁੰਦਾ, ਜਿਹੜਾ ਉਹ ਵਿੰਡ ਦੇ ਬਲੋ ਨੂੰ ਲਿਫਟ ਕਰਦਾ ਅਤੇ ਰੋਟੇਟ ਕਰਾਉਂਦਾ ਵਾ। ਬ੍ਰੇਕ। ਡਿਸਕ ਬ੍ਰੇਕ ਕੈਨ ਬੀ ਯੂਜ਼ ਟੂ ਸਟੋਪ ਦ ਰੋਟਰ ਇਨ ਐਮਰਜੈਂਸੀ। ਜਦੋਂ ਕੋਈ ਵੀ ਹਨੇਰੀ ਵਗੈਰਾ ਆ ਜਾਂਦੀ ਹੈ ਜਾਂ ਕਿਸੇ ਵੀ ਕਾਰਨ ਕਰਕੇ ਆਪਾਂ ਨੂੰ ਬ੍ਰੇਕ ਲਾਉਣੀ ਪੈਂਦੀ ਆ, ਉਸ ਸਮੇਂ ਜਿਹੜੀ ਆਪਾਂ ਬ੍ਰੇਕ ਸਿਸਟਮ ਦਾ ਯੂਜ਼ ਕਰਦੇ ਹਾਂ, ਜਿਹੜਾ ਕਿ ਆਪਾਂ ਨੂੰ ਹੈਲਪ ਕਰਦਾ ਵਾ ਇਨ ਐਮਰਜੈਂਸੀ ਦੇ ਵਿੱਚ। ਜਦੋਂ ਆਪਾਂ ਟਰਬਾਈਨ ਨੂੰ ਸਟੋਪ ਕਰਨਾ ਵਾ ਉਸ ਵੇਲੇ ਇਹ ਮਦਦ ਕਰਦਾ ਵਾ। ਅੱਗੇ ਨਿਕਲ। ਦ ਨਿਕਲ ਇਜ਼ ਅ ਸਾਈਟ ਐਟ ਟੋਪ ਆਫ ਟਾਵਰ। ਜਿਹੜਾ ਪਾਰਟ ਹੁੰਦਾ ਵਾ ਇਹ ਟਾਵਰ ਦੇ, ਜਦੋਂ ਟਾਵਰ ਖਤਮ ਹੋ ਜਾਂਦਾ ਉਹਦੇ ਜਨਰੇਟਰ ਅਤੇ ਉਹਦੇ ਵਿਚਾਲੇ ਲੱਗਿਆ ਹੁੰਦਾ ਵਾ। ਕੰਟੇਨਡ ਦ ਗੇਅਰ ਬਾਕਸ ਐਂਡ low and high speed shaft gear controller brake. Some nickels are large enough for a helicopter to land on। ਜਿਹੜੇ ਇਹ ਨਿਕਲ ਹੁੰਦਾ ਵਾ ਮਤਲਬ ਇਹ ਸਿਸਟਮ ਨੂੰ ਕੈਰੀ ਕਰਨ ਵਾਸਤੇ ਲੱਗਿਆ ਹੁੰਦਾ ਵਾ। ਸਮ ਟਾਈਮ ਇਹ ਲਾਰਜ ਵੀ ਹੁੰਦਾ ਵਾ, ਟੂ ਇਨਫ ਹੈਲੀਕਾਪਟਰ ਵੀ ਲੈਂਡ ਹੋ ਸਕਦਾ, ਇੰਨਾ ਲਾਰਜ ਹੁੰਦਾ। ਨੈਕਸਟ ਕੰਟਰੋਲਰ। ਕੰਟਰੋਲਰ ਸਟਾਰਟ ਅਪ ਦਾ ਮਸ਼ੀਨ ਐਟ ਅ ਵਿੰਡ ਸਪੀਡ ਆਫ ਅਬਾਊਟ 8 to 16 mile per hour and shut off the machine at about 55 miles per hour. Turbine do not operate at the wind above 55 mile per hour because they may have to be damaged by high wind। ਮਤਲਬ 55 ਮਾਈਲ ਪਰ ਆਰ ਤੋਂ ਬਾਅਦ ਜੇ ਆਪਾਂ ਵਿੰਡ ਸਪੀਡ ਹੋਵੇ ਉੱਥੇ ਆਪਾਂ ਇਹਨੂੰ ਨਹੀਂ ਯੂਜ਼ ਕਰਦੇ। ਨੈਕਸਟ ਆ ਗਿਆ ਗੇਅਰ ਬਾਕਸ। Gear connected the lower speed shaft to a high speed shaft and increased the rotational speed from about 30 to 60 rotation per minute, about 1000 to 1800 rpms. Rotational speed required by more generator to produce electricity. The gear box is a costly and heavy part of the wind turbine, and engineers are exploring direct drive generators that operate at lower rotational speed। ਇਹ ਜਿਹੜਾ
ਗੇਅਰ ਬਾਕਸ ਦਾ ਤੁਹਾਨੂੰ ਪਤਾ ਲੱਗ ਗਿਆ ਇਹ ਕੀ ਕੰਮ ਕਰਦਾ ਵਾ, ਇੰਨੇ ਰੋਟੇਸ਼ਨ ਉਸ ਨੂੰ ਇੰਨੇ 'ਚ ਕਨਵਰਟ ਕਰ ਦਿੰਦਾ 1000 ਜਾਂ ਜਿਹੜੇ 30 ਤੋਂ 60 ਰੋਟੇਸ਼ਨ ਪਰ ਮਿੰਟ ਹੁੰਦੀ ਆ ਉਹਨੂੰ ਕਨਵਰਟ ਕਰ ਦਿੰਦਾ 1000 to 1800 RPMs ਦੇ ਵਿੱਚ। Next, generator usually of the self-inductance generator that produce 60 cycles AC electricity। ਇਹ ਹੋ ਗਿਆ ਆਪਣਾ ਜਨਰੇਟਰ। ਨੈਕਸਟ ਆਪਾਂ ਡਿਸਕਸ ਕਰ ਲੈਂਦੇ ਹਾਂ ਜਿਹੜਾ ਡਾਇਗਰਾਮ ਆ ਆਪਣਾ ਵਿੰਡ ਟਰਬਾਈਨ ਦਾ। ਉਹਦੇ 'ਚ ਆ ਆਪਣਾ ਬਲੇਡ ਆ ਗਿਆ, ਉਸ ਤੋਂ ਬਾਅਦ ਆ ਆਪਣੀ ਬ੍ਰੇਕ ਆ ਗਈਆਂ, ਲੋ ਸਪੀਡ ਸ਼ਾਫਟ ਆ ਗਈ, ਗੇਅਰ ਬਾਕਸ ਆ ਗਿਆ ਜਿਹਦੇ 'ਚ ਆਪਣੀ ਗਰਾਰੀਆਂ ਲੱਗੀਆਂ ਅਤੇ ਉਹਦੇ ਨਾਲ ਸਪੀਡ ਵੱਧਦੀ ਹੈ, ਅਤੇ ਅੱਗੇ ਆਪਣਾ ਜਨਰੇਟਰ ਲੱਗਿਆ ਵਾ ਜਿਹਦੇ ਨਾਲ ਆਪਣੀ ਜਨਰੇਸ਼ਨ ਹੁੰਦੀ ਆ। ਉਸ ਤੋਂ ਜਨਰੇਟਰ ਦੇ ਨਾਲ ਕੰਟਰੋਲਰ ਕਨੈਕਟ ਆ, ਕੰਟਰੋਲਰ ਦੇ ਨਾਲ ਆਪਣਾ ਐਨੈਮੋਮੀਟਰ ਕਨੈਕਟ ਆ, ਅਤੇ ਵਿੰਡ ਵੇਨ ਲੱਗੀ ਆ ਉਹਨੂੰ ਜਿਹੜੀ ਕਿ ਆਪਾਂ ਨੂੰ ਸਪੀਡ ਏਅਰ ਸਪੀਡ ਦੱਸਦੀ ਆ, ਵਿੰਡ ਦੀ ਸਪੀਡ ਦੱਸਦੀ ਆ। ਉਹਦੇ ਨਾਲ ਇਹ ਜਿਹੜਾ ਸਿਗਨਲ ਕੰਟਰੋਲਰ ਨੂੰ ਦਿੰਦਾ, ਕੰਟਰੋਲਰ ਜਿਹੜਾ ਅੱਗੇ ਗੇਅਰ ਬਾਕਸ ਅਤੇ ਜਨਰੇਟਰ ਨੂੰ ਕੰਟਰੋਲ ਕਰਦਾ ਵਾ। ਇਹ ਆਪਣਾ ਅੱਗੇ ਜਾਂ ਮੋਟਰ, ਟਾਵਰ ਆ, ਬਲੇਡਸ ਆ, ਵਿੰਡ ਡਾਇਰੈਕਸ਼ਨ, ਰੋਟੇਸ਼ਨ ਜਿਹੜੀ ਇਹ ਸਾਰਾ ਅੱਗੇ ਸਾਰਾ ਆਪਾਂ ਨੂੰ ਕੰਸੈਪਟ ਦਿੱਤਾ ਹੈ। ਇਹ ਹੋ ਗਿਆ ਆਪਣੇ ਪਾਰਟਸ ਆਫ ਵਿੰਡ ਟਰਬਾਈਨ। ਨੈਕਸਟ, ਸਿਲੈਕਸ਼ਨ ਆਫ ਸਾਈਟ ਵਿੰਡ ਪਾਵਰ ਪਲਾਂਟ। ਸਿਲੈਕਸ਼ਨ ਕਿਵੇਂ ਕਰਨੀ ਸਾਈਟ ਦੀ? ਮੋਸਟ ਇੰਪੋਰਟੈਂਟ ਡਿਸੀਜਨ ਥਰੂ ਆਊਟ ਯੂਰ ਇੰਸਟਾਲੇਸ਼ਨ। ਜਿਹੜੇ ਇੰਸਟਾਲੇਸ਼ਨ ਦੌਰਾਨ ਜਿਹੜੇ ਉਹ ਕਿਹੜੀ ਗੱਲ ਦਾ ਖਿਆਲ ਕਰਨਾ। ਵਾਈਟਲ ਪਾਰਟ ਇਜ਼ ਪਰਫੋਰਮ ਦ ਐਂਡ ਐਫੀਸ਼ੀਐਂਸੀ ਆਫ ਵਿੰਡ ਪਾਵਰ। ਜਿਹੜੀ ਵੱਡਾ ਪਾਰਟ ਕੀ ਆ? ਪਰਫੋਰਮੈਂਸ ਅਤੇ ਐਫੀਸ਼ੀਐਂਸੀ ਜਿਹੜੀ ਟਰਬਾਈਨ ਦੀ ਉਹ ਵਧੀਆ ਹੋਣੀ ਚਾਹੀਦੀ ਆ। ਹਾਈ ਐਂਡ ਐਕਸਪੋਜ਼ਡ ਸਾਈਟ, ਜਿਹੜੀ ਸਾਈਟ ਆ ਜਿਹੜੀ ਉਹ ਹਾਈ ਅਤੇ ਐਕਸਪੋਜ਼ਡ ਹੋਣੀ ਚਾਹੀਦੀ ਆ। ਨਾਟ ਸੂਟੇਬਲ ਸਾਈਟ ਇਜ਼ ਹਾਇਰ ਪਾਪੂਲੇਟਡ ਰੈਜ਼ੀਡੈਂਸ਼ੀਅਲ ਏਰੀਆ। ਰੈਜ਼ੀਡੈਂਸ਼ੀਅਲ ਏਰੀਆ ਦੇ ਉੱਤੇ ਨਹੀਂ ਮਤਲਬ ਹੋਣੀ ਚਾਹੀਦੀ। ਅਵੋਇਡ ਰੂਫ ਮਾਊਂਟਡ ਟਰਬਾਈਨਸ। ਰੂਫ ਦੇ ਉੱਤੇ ਮਾਊਂਟਡ ਨਹੀਂ ਕਰਨੀ ਚਾਹੀਦੀ ਆਪਾਂ ਨੂੰ। ਪਾਵਰ ਟਰਾਂਸਮਿਸ਼ਨ ਲੋਸਿਸ। ਪਾਵਰ ਟਰਾਂਸਮਿਸ਼ਨ ਲੋਸਿਸ ਦਾ ਵੀ ਆਪਾਂ ਖਿਆਲ ਰੱਖਣਾ ਵਾ। ਇਹਦੇ 'ਚ ਜ਼ਿਆਦਾ ਪਾਵਰ ਟਰਾਂਸਮਿਸ਼ਨ ਲੋਸਿਸ ਨਹੀਂ ਹੋਣੇ ਚਾਹੀਦੇ, ਜਿੱਥੇ ਮਤਲਬ ਜਿਹੜਾ ਲੋਡ ਸਟੇਸ਼ਨ ਉਹ ਨੇੜੇ ਹੋਣਾ ਚਾਹੀਦਾ ਵਾ, ਜਿਹੜਾ ਲੋਡ ਏਰੀਆ ਵਾ ਉਹ ਨੇੜੇ ਹੋਣਾ ਚਾਹੀਦਾ। ਡਿਸਟੈਂਸ ਬਿਟਵੀਨ ਦ ਟਰਬਾਈਨ ਐਂਡ ਨੀਅਰੈਸਟ ਓਬਸਟਰੈਕਟ। ਜਿਹੜੀ ਕੋਈ ਹੋਰ ਆਪਾਂ ਨੂੰ ਓਬਸਟਰੈਕਟ ਆਉਂਦੀ ਆ ਉਹਦਾ ਆਪਾਂ ਖਿਆਲ ਰੱਖਣਾ। ਕੋਈ ਮਾਊਂਟੇਨ ਤਾਂ ਨਹੀਂ ਮੂਹਰੇ ਆ ਗਈ, ਜਿਵੇਂ ਜਿੱਥੇ ਆਪਾਂ ਵਿੰਡ ਲਾਈ ਆ ਉਹਦੇ ਮੂਹਰੇ ਮਾਊਂਟੇਨ ਤਾਂ ਨਹੀਂ ਆ ਰਹੀ। ਜਦੋਂ ਕਿਤੇ ਵਿੰਡ ਦਾ ਪ੍ਰੈਸ਼ਰ ਮਾਊਂਟੇਨ ਵੱਲ ਨੂੰ ਹੋਵੇ ਅਤੇ ਵਿੰਡ ਆਪਣੀ ਟਰਬਾਈਨ ਆਪਣੀ ਉੱਥੇ ਰੁਕ ਜੇ, ਇਸ ਗੱਲ ਦਾ ਵੀ ਖਿਆਲ ਕਰਨਾ। ਅਤੇ ਕਨੈਕਟਡ ਵਿਦ ਨੈਸ਼ਨਲ ਪਾਵਰ ਗਰਿੱਡ, ਜਾਂ ਕਨੈਕਸ਼ਨ ਆ ਉਹ ਨੈਸ਼ਨਲ ਗਰਿੱਡ ਪਾਵਰ ਗਰਿੱਡ ਦੇ ਨਾਲ ਹੋਣਾ ਚਾਹੀਦਾ ਜਿੱਥੇ ਵੀ ਆਪਾਂ ਲਾਈ ਆ ਟਰਬਾਈਨ। ਨੈਕਸਟ, ਐਡਵਾਂਟੇਜ ਆਫ ਵਿੰਡ ਪਾਵਰ। Wind power is cost effective. It is a clean fuel source. Wind is domestic source of energy. It is suitable. Wind turbine can be built on existing farm or ranches. ਇਹ ਜਿਹੜੀਆਂ ਇਹਦੀਆਂ ਐਡਵਾਂਟੇਜਸ ਹੋ ਗਈਆਂ। ਡਿਸਐਡਵਾਂਟੇਜ ਕੀ ਆ? ਦ ਵਿੰਡ ਫਲਕਚੁਏਸ਼ਨ, ਜਿਹੜੀ ਘਟਦੀ ਵੱਧਦੀ ਹੈ ਵਿੰਡ, ਇਹ ਮੇਨ ਡਿਸਐਡਵਾਂਟੇਜ ਆ। Wind energy has a similar drawback to a solar energy in that it is not constant. ਜਿਹੜੀ ਜਿਵੇਂ ਸੋਲਰ ਐਨਰਜੀ ਆ, ਜਿਹੜੇ ਜਦੋਂ ਸਨਰਾਈਜ਼ ਹੁੰਦਾ ਉਦੋਂ ਥੋੜ੍ਹੀ ਘੱਟ ਹੁੰਦੀ ਹੈ, ਜਦੋਂ 12 ਵਜੇ ਪੂਰੀ ਐਨ ਪੀਕ 'ਤੇ ਹੁੰਦੀ ਆ, ਜਦੋਂ ਸਨ ਪੂਰਾ ਐਨ ਉੱਪਰ ਹੁੰਦਾ ਵਾ ਉਦੋਂ ਜਿਹੜੀ ਸੋਲਰ ਐਨਰਜੀ ਪੀਕ 'ਤੇ ਹੁੰਦੀ ਹੈ। ਜਿਵੇਂ ਜਿਵੇਂ ਦਿਨ ਢਲਦਾ ਜਾਂਦਾ ਉਵੇਂ ਉਵੇਂ ਘਟਦੀ ਜਾਂਦੀ ਹੈ ਅਤੇ ਰਾਤ ਨੂੰ ਉਹ ਘੱਟ ਜਾਂਦੀ ਹੈ। ਇੱਦਾਂ ਹੀ ਵਿੰਡ ਐਨਰਜੀ ਜਿਹੜੀ ਆ ਉਹ ਚੇਂਜ ਕਰਦੀ ਰਹਿੰਦੀ ਹੈ ਜਿਵੇਂ ਜਿਵੇਂ ਡੇ ਟਾਈਮ ਜਾਂ ਨਾਈਟ ਟਾਈਮ ਆਉਂਦੀ ਆ, ਵਿੰਡ ਦੀ ਸਪੀਡ ਜਿਹੜੀ ਉਹ ਘਟਦੀ ਰਹਿੰਦੀ ਆ। ਇੰਸਟਾਲੇਸ਼ਨ ਇਜ਼ ਐਕਸਪੈਂਸਿਵ ਆਲ ਥਰੂ ਕੋਸਟ ਆਰ ਰਿਡਿਊਸਡ ਓਵਰ ਟਾਈਮ। ਵਿੰਡ ਟਰਬਾਈਨ ਆਰ ਸਟਿਲ ਐਕਸਪੈਂਸਿਵ। ਵਿੰਡ ਟਰਬਾਈਨ ਹੈ ਜਿਹੜੀ ਐਕਸਪੈਂਸਿਵ ਹੁੰਦੀ ਆ। ਵਿੰਡ ਟਰਬਾਈਨ ਪੋਜ਼ਡ ਥ੍ਰੈਟ ਟੂ ਅ ਵਾਈਲਡ ਲਾਈਫ। ਵਿੰਡ ਟਰਬਾਈਨ ਜਿਹੜੀ ਹੈ ਉਹ
ਵਾਈਲਡ ਲਾਈਫ ਵਾਸਤੇ ਇਫੈਕਟਿਵ ਹੁੰਦੀ ਹੈ। ਵਿੰਡ ਟਰਬਾਈਨ ਕ੍ਰੀਏਟ ਨੋਇਜ਼ ਪੋਲਿਊਸ਼ਨ ਕ੍ਰੀਏਟ ਕਰਦੀ ਹੈ। ਜਦੋਂ ਵਿੰਡ ਟਰਬਾਈਨ ਘੁੰਮਦੀ ਹੈ, ਏਡੇ ਏਡੇ ਬਹੁਤ ਜ਼ਿਆਦਾ ਸਾਈਜ਼ ਦੇ ਬਲੇਡ ਹੁੰਦੇ ਆ, ਇਸ ਹਿਸਾਬ ਦੇ ਨਾਲ ਉਹ ਜਿਹੜਾ ਉਹ ਨੋਇਜ਼ ਪ੍ਰੋਡਿਊਸ ਕਰਦੀ ਹੈ। ਦੇ ਆਲਸੋ ਕ੍ਰੀਏਟ ਵਿਜ਼ੂਅਲ ਪੋਲਿਊਸ਼ਨ, ਅਤੇ ਉਹ ਵਿਜ਼ੂਅਲ ਪੋਲਿਊਸ਼ਨ ਵੀ ਕਰਦੀ ਹੈ। ਜਦੋਂ ਟਰਬਾਈਨ ਬਲੇਡ ਚੱਲਦੇ ਆ, ਉਹਨਾਂ ਦੀ ਰਿਫਲੈਕਸ਼ਨ ਦੇ ਨਾਲ ਉਹ ਵੀ ਪੋਲਿਊਸ਼ਨ ਹੁੰਦੀ ਹੈ। ਟਾਈਪਸ ਆਫ ਵਿੰਡ ਟਰਬਾਈਨ। ਵਿੰਡ ਟਰਬਾਈਨ ਮੇਨਲੀ ਦੋ ਟਾਈਪਸ ਦੀ ਹੁੰਦੀ ਹੈ, ਹੌਰੀਜ਼ੋਨਟਲ ਐਕਸਿਸ ਅਤੇ ਵਰਟੀਕਲ ਐਕਸਿਸ ਦੀਆਂ ਹੁੰਦੀਆਂ। ਅੱਗੇ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਹੌਰੀਜ਼ੋਨਟਲ ਐਕਸਿਸ ਟਰਬਾਈਨ। ਟਾਲ ਟਾਵਰ ਇਨੇਬਲ ਅਸੈਂਸ਼ੀਅਲ ਸਟਰੋਂਗ ਵਿੰਡਸ, ਜਿਹੜੇ ਇਹ ਸਟਰੋਂਗ ਵਿੰਡਸ ਦੇ ਵਾਸਤੇ ਹੌਰੀਜ਼ੋਨਟਲ ਟਰਬਾਈਨ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਬਲੇਡ ਕੈਪਚਰ ਵਿੰਡ ਐਨਰਜੀ ਥਰੂ ਰੋਟੇਸ਼ਨ। ਸਟਰੋਂਗ ਐਂਡ ਹਿਊਜ ਟਾਵਰ ਰਿਕੁਆਇਰਡ, ਇਹਦੇ ਵਾਸਤੇ ਸਟਰੋਂਗ ਅਤੇ ਹਿਊਜ ਟਾਵਰ ਰਿਕੁਆਇਰਡ ਆ। ਕੰਪਲੈਕਸ ਡਿਊਰਿੰਗ ਕੰਸਟਰਕਸ਼ਨ, ਕੰਪਲੈਕਸਿਟੀ ਹੁੰਦੀ ਹੈ ਜਿਹੜੀ ਡਿਊਰਿੰਗ ਕੰਸਟਰਕਸ਼ਨ। ਨੀਡ ਟੂ ਬੀ ਟਰਨ ਫੇਸ ਦਾ ਵਿੰਡ, ਜਿਹੜਾ ਵਿੰਡ ਵਾਲੇ ਦਾ ਫੇਸ ਕਰਨਾ ਪੈਂਦਾ ਵਾ। ਵਰਟੀਕਲ ਐਕਸਿਸ ਟਰਬਾਈਨ ਜਨਰੇਟਰ ਪਾਵਰ ਇੰਡੀਪੈਂਡੈਂਸ ਆਫ wind direction, low cost, strong tower not needed since generator is on the ground. Low efficiency, only one blade work at a time, may need wire to support, more turbulent flow near the ground. ਇਹ ਜਿਹੜੀ ਵਰਟੀਕਲ ਟਰਬਾਈਨ ਆ, ਇਹ ਲੋਅ ਐਫੀਸ਼ੀਐਂਸੀ ਦੀ ਹੁੰਦੀ ਆ। ਜਿਹੜਾ ਆਪਾਂ ਨੂੰ ਇਹ ਜਨਰੇਟਰ ਆਪਣਾ ਥੱਲੇ ਪਿਆ ਹੁੰਦਾ ਵਾ, ਅਤੇ ਲੋਅ ਕੋਸਟ ਦੀ ਹੁੰਦੀ ਆ। ਇਹ ਜਿਹੜੇ ਇਹਦੇ ਫੀਚਰਸ ਆ ਵਰਟੀਕਲ ਟਰਬਾਈਨ ਦੇ। ਇਹਦੀ ਹੁਣ ਆਪਾਂ ਡਾਇਗਰਾਮ ਦੇਖ ਲੈਂਦੇ ਹਾਂ ਦੋਨਾਂ ਦੀ। ਆਹ ਆਪਣੀ ਹੈਗੀ ਹੌਰੀਜ਼ੋਨਟਲ ਟਰਬਾਈਨ, ਜਿਹੜੀ ਆਪਾਂ ਮੋਸਟਲੀ ਯੂਜ਼ ਕਰਦੇ ਹਾਂ ਟਾਵਰ 'ਤੇ, ਜਿਹੜਾ ਡਿਸਕਸ ਕੀਤਾ, ਠੀਕ ਹੈ। ਜਨਰੇਟਰ ਸਿਸਟਮ, ਗੇਅਰ ਬਾਕਸ ਆ, ਰੋਟੇਟਿੰਗ ਬਲੇਡਸ ਆ। ਉਸ ਤੋਂ ਬਾਅਦ ਆ ਜਾਂਦੀ ਆਪਣੀ ਵਰਟੀਕਲ ਟਰਬਾਈਨ। ਆਪਣੀ ਵਰਟੀਕਲ ਟਰਬਾਈਨ ਆ ਜਿਹੜੀ, ਇਹਦੇ ਬਲੇਡਸ ਆ ਜਿਹੜੇ ਵਰਟੀਕਲੀ ਜਿਹੜੇ ਮੂਵ ਕਰਦੇ ਆ, ਅਤੇ ਆਹ ਗੇਅਰ ਸਿਸਟਮ ਆ ਅਤੇ ਜਨਰੇਟਰ ਇਹ ਜਿਹੜਾ ਗਰਾਊਂਡ ਦੇ ਉੱਤੇ ਹੀ ਪਏ ਹੁੰਦੇ ਆ। ਇਸ ਹਿਸਾਬ ਦੇ ਨਾਲ ਇੱਦਾਂ ਮੂਵ ਕਰਦੇ ਆ, ਠੀਕ ਆ। ਜਿਹੜੀ ਇਹਨੇ ਆਪਾਂ ਨੂੰ ਪਤਾ ਹੀ, ਜਿਹੜਾ ਇੱਦਾਂ ਰੋਟੇਟ ਕਰਨਾ, ਇਹਨੇ ਵਰਟੀਕਲੀ ਮੂਵ ਰੋਟੇਟ ਕਰਨਾ, ਇਹਨੇ ਹੌਰੀਜ਼ੋਨਟਲੀ ਜਿਹੜਾ ਰੋਟੇਟ ਕਰਨਾ। ਨੈਕਸਟ ਓਕੇ, ਐਪਲੀਕੇਸ਼ਨ ਆਫ ਵਿੰਡ ਐਨਰਜੀ। ਕਿਤੇ ਕਿਤੇ ਜਿਹੜੀ ਵਿੰਡ ਐਨਰਜੀ ਯੂਜ਼ ਕੀਤੀ ਜਾਂਦੀ ਆ। ਟਿਪੀਕਲੀ ਇਟ ਇਜ਼ ਯੂਜ਼ ਇਨ ਚੇਂਜਿੰਗ ਆਫ ਅ ਬੈਟਰੀ ਵਿਚ ਇਜ਼ ਯੂਜ਼ ਟੂ ਸਟੋਰ ਐਨਰਜੀ ਕਪੈਸਿਟੀ ਬਾਏ ਵਿੰਡ ਐਨਰਜੀ। ਜਿਹੜੀ ਮੋਸਟਲੀ ਇਹ ਚਾਰਜਿੰਗ, ਬੈਟਰੀ ਚਾਰਜਿੰਗ ਵਾਸਤੇ ਯੂਜ਼ ਕਰਦੇ ਹਾਂ ਆਪਾਂ, ਜਿਹੜੀ ਕਿ ਆਪਾਂ ਬੈਟਰੀ ਚਾਰਜ ਕਰਕੇ ਕਿਸੇ ਵੀ ਟਾਈਮ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਵਾਟਰ ਪੰਪਿੰਗ ਇਨ ਕੀ ਹਿਸਟੋਰੀਕਲ ਐਪਲੀਕੇਸ਼ਨ ਆਫ ਵਿੰਡ ਐਨਰਜੀ। ਵਾਟਰ ਪੰਪਿੰਗ ਦੇ ਵਿੱਚ ਵਿੰਡ ਐਨਰਜੀ ਦਾ ਯੂਜ਼ ਕਰਦੇ ਸੀਗੇ, ਜਦੋਂ ਕਿ ਖੂਹ ਦੇ ਵਿੱਚੋਂ ਪਾਣੀ ਕੱਢਣਾ ਹੁੰਦਾ ਸੀਗਾ। ਇਹ ਵਿੰਡ ਐਨਰਜੀ ਦੇ ਨਾਲ ਮਦਦ ਦੇ ਨਾਲ ਆਪਾਂ ਜਿਹੜਾ ਉਹ ਵਿਦ ਦਾ ਹੈਲਪ ਆਫ ਵਿੰਡ ਐਨਰਜੀ ਉਹ ਆਪਾਂ ਵੈਲਸ ਦੇ ਵਿੱਚੋਂ ਪਾਣੀ ਬਾਹਰ ਕੱਢ ਲੈਂਦੇ ਸੀ। ਮੇਨ ਕੀ ਕੰਪਿਊਟਿੰਗ ਏਰੀਆ ਆਫ ਵਿੰਡ ਐਨਰਜੀ ਇਜ਼ ਦੈਟ ਰਿਮੋਟ ਆਫ ਗ੍ਰਿਡ ਪਾਵਰ ਐਪਲੀਕੇਸ਼ਨ। ਜਿਹੜੀ ਰਿਮੋਟ ਆਫ ਗ੍ਰਿਡ ਪਾਵਰ ਐਪਲੀਕੇਸ਼ਨ ਵਾਸਤੇ ਮੇਨ ਇਹਦੇ ਵਾਸਤੇ ਆਪਾਂ ਯੂਜ਼ ਕਰਦੇ ਹਾਂ ਜਨਰੇਸ਼ਨ ਵਾਸਤੇ। ਇਸ ਤੋਂ ਇਲਾਵਾ ਇਹ ਆਪਾਂ ਗ੍ਰਾਈਂਡਿੰਗ ਗ੍ਰੇਨਸ, ਜਾਣੀ ਕਿ ਦਾਣੇ ਪੀਸਣ ਵਾਸਤੇ ਜਿਹੜੀ ਆਪਾਂ ਵਿੰਡ ਐਨਰਜੀ ਨੂੰ ਯੂਜ਼ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਵਿੰਡ ਮਿਲਸ। ਇਹ ਸੀਗੀ ਐਪਲੀਕੇਸ਼ਨਸ ਇਹਦੀਆਂ, ਅਤੇ ਵਿੰਡ ਐਨਰਜੀ ਬਾਰੇ ਸਾਰਾ ਟੋਪਿਕ। ਅਤੇ ਨੈਕਸਟ ਟਾਈਮ ਨੈਕਸਟ ਟੋਪਿਕ ਲੈ ਕੇ ਆਵਾਂਗੇ। ਥੈਂਕ ਯੂ ਵੈਰੀ ਮੱਚ।